ਤੁਸੀਂ ਸੁਣ ਰਹੇ ਹੋ ਹਰੀਸ਼ੰਕਰ ਪਰਸਾਈ ਦਾ ਲਿਖਿਆ ਹੋਇਆ ਲਘੂ ਨੋਵਲ ਕਿਨਾਰੇ ਦੀ ਭਾਲ। ਇੱਕ ਦਿਨ ਤੀਜੇ ਪਹਿਰ ਮੈਂ ਉਹਨਾਂ ਵੱਲ ਪਹੁੰਚੀ। ਉਹ ਕਮਰੇ ਵਿੱਚ ਬੈਠੇ ਕੁਝ ਲਿਖ ਰਹੇ ਸਨ। ਮੈਨੂੰ ਤੱਕਦਿਆਂ ਹੀ ਉਹ ਘਬਰਾ ਕੇ ਉੱਠ ਬੈਠੇ। ਘਾਬਰ ਕੇ ਪੁੱਛਿਆ, ਉਹ ਤੁਸੀਂ ਕਿਵੇਂ ਆਏ? ਪੁੱਛਣ ਦਾ ਤਰੀਕਾ ਚੰਗਾ ਨਹੀਂ ਲੱਗਿਆ। ਪੁੱਛਣ ਦਾ ਅੰਦਾਜ਼ ਬੜਾ ਰਸਮੀ ਜਿਹਾ ਸੀ, ਜੋ ਕਿਸੇ ਬਗਾਨੇ ਨੂੰ ਚੰਗਾ ਲੱਗ ਸਕਦਾ ਸੀ। ਜ਼ਾਹਰ ਸੀ ਕਿ ਉਹ ਮੇਰੇ ਆਉਣ ਨਾਲ ਖੁਸ਼ ਨਹੀਂ ਸਨ। ਲੱਡੂਆਂ ਦੇ ਡੱਬੇ ਵਿੱਚ ਚੋਰੀ ਹੱਥ ਪਾਉਂਦਿਆਂ ਕੋਈ ਜਵਾਕ ਨੂੰ ਦੇਖ ਲਵੇ ਤਾਂ ਜਵਾਕ ਦੇ ਮੂੰਹ ਤੇ ਫੜੇ ਜਾਣ ਦੀ ਜੋ ਸ਼ਰਮ ਤੇ ਘਬਰਾਹਟ ਹੁੰਦੀ ਹੈ, ਉਹ ਮਹਿੰਦਰ ਨਾਥ ਦੇ ਮੂੰਹ ਤੇ ਸੀ। ਹੋਰਾਂ ਦੀ ਨਿਗਾਹ ਵਿੱਚ ਮੈਂ ਭਾਵੇਂ ਗੁਨਾਹਗਾਰ ਰਹਾ, ਪਰ ਮੇਰੀਆਂ ਨਿਗਾਹਾਂ ਵਿੱਚ ਤਾਂ ਉਹ ਗੁਨਾਹਗਾਰ ਸਨ। ਇਸ ਗੱਲ ਨੂੰ ਉਹ ਚੰਗੀ ਤਰ੍ਹਾਂ ਜਾਣਦੇ ਸਨ। ਬਾਅਦ ਵਿੱਚ ਮੈਂ ਤੁਰਦਾ ਫਿਰਦਾ ਕਲੰਕ ਹੋ ਗਈ ਸੀ। ਜਿਸ ਕੋਲ ਬੈਠ ਜਾਂਦੀ ਉਸੇ ਨੂੰ ਦਾਗ ਲੱਗ ਜਾਂਦਾ। ਉਹ ਵਾਰ-ਵਾਰ ਬੂਹੇ ਵੱਲ ਸ਼ੱਕੀ ਨਿਗਾਹ ਮਾਰਦੇ ਕਿ ਕੋਈ ਆ ਨਾ ਜਾਵੇ। ਮੈਂ ਕੁਰਸੀ ਖਿੱਚ ਕੇ ਬਹਿ ਗਈ। ਲਗਾਤਾਰ ਫੱਟਾਂ ਨੇ ਮੇਰਾ ਦਿਲ ਪੱਥਰ ਕਰ ਦਿੱਤਾ ਸੀ। ਮੁਸੀਬਤ ਦਾ ਇਹ ਸੁਭਾਅ ਹੈ ਕਿ ਬੰਦੇ ਨੂੰ ਆਪਣੇ ਆਪ ਨਾਲ ਲੜਨ ਦੀ ਤਾਕਤ ਦੇ ਦਿੰਦਾ ਹੈ। ਹੋਰ ਕੋਈ ਦੁਸ਼ਮਣ ਅਜਿਹਾ ਨਹੀਂ ਕਰਦਾ, ਪਰ ਮੁਸ਼ਕਲਾਂ ਨੂੰ ਬਰਾਬਰੀ ਨਾਲ ਲੜਿਆਂ ਬਿਨਾਂ ਸਵਾਦ ਨਹੀਂ ਆਉਂਦਾ। ਚਿਰ ਤੱਕ ਦੋਹੇ ਚੁੱਪ ਰਹੇ। ਉਹਨਾਂ ਨੂੰ ਚੁੱਪ ਤੋਂ ਡਰ ਲੱਗਣ ਲੱਗ ਗਿਆ। ਜਿਸ ਨੂੰ ਚੁੱਪ ਨੇ ਢਕਿਆ ਹੈ, ਉਹ ਕੋਈ ਡਰਾਉਣੀ ਵਸਤ ਨਾ ਹੋਵੇ। ਉਹ ਜਲਦ ਹੀ ਉਸ ਨੂੰ ਖੋਲ ਦੇਣਾ ਚਾਹੁੰਦੇ ਸਨ। ਬੋਲੇ, ਸਭ ਸੁੱਖ ਸਾਂਤਾ ਹੈ, ਮੈਂ ਕੋਈ ਮਦਦ ਕਰ ਸਕਦਾ ਤਾਂ ਦੱਸੋ। ਇਹ ਸ਼ਬਦ ਮੈਨੂੰ ਬੜੇ ਮਾੜੇ ਲੱਗੇ। ਉਹ ਬੁੱਲਾਂ ਵਿੱਚੋਂ ਨਿਕਲੇ ਸਨ, ਅੰਦਰੋਂ ਨਹੀਂ। ਮੈਂ ਕਿਹਾ, ਹੁਣ ਤਾਂ ਸਭ ਸਹੀ ਹੋ ਗਿਆ, ਯਾਨੀ ਵਿਗੜਨ ਲਈ ਕੁਝ ਬਚਿਆ ਹੀ ਨਹੀਂ। ਮੈਂ ਤੁਹਾਡੀ ਮਦਦ ਲੈਣ ਨਹੀਂ ਆਈ, ਤੁਹਾਡੇ ਹੀ ਕੰਮ ਆਈ, ਮਦਦ ਕਰਨ ਆਈ ਹਾਂ। ਮੇਰੀ ਕਾਹਦੀ ਮਦਦ? ਮੇਰਾ ਕਿਹੜਾ ਕੰਮ ਏ? ਮੈਂ ਤਾਂ ਤੇਰੇ ਤੋਂ ਕੁਝ ਮੰਗਿਆ ਹੀ ਨਹੀਂ। ਉਹ ਜਰਾ ਘਬਰਾਏ ਹੋਏ ਸਨ। ਮੈਂ ਕਿਹਾ, ਤੁਸੀਂ ਮੈਨੂੰ ਸੱਦਿਆ ਸੀ, ਮੈਂ ਆ ਗਈ। ਉਹਨਾਂ ਦੇ ਚਿਹਰੇ ਤੇ ਪਰੇਸ਼ਾਨੀ ਵੱਧ ਰਹੀ ਸੀ। ਐਨੇ ਅਕਲਮੰਦ ਬੰਦੇ ਨੂੰ ਸ਼ਬਦ ਨਹੀਂ ਸਨ ਮਿਲ ਰਹੇ। ਉਹਨਾਂ ਦੀ ਵਾਕ ਸ਼ਕਤੀ ਲੰਗੜੀ ਹੋ ਗਈ ਸੀ। ਮੈਂ ਤਾਂ ਤੈਨੂੰ ਸੱਦਿਆ ਨਹੀਂ। ਮੈਂ ਕਦ ਸੱਦਿਆ ਸੀ? ਉਹਨਾਂ ਕਿਹਾ। ਮੈਂ ਉਹਨਾਂ ਦਾ ਉਹ ਇਸ਼ਕ ਬੇਨਤੀ ਵਾਲਾ ਖੱਤ ਖੋਲ ਕੇ ਉਹਨਾਂ ਸਾਹਮਣੇ ਰੱਖ ਦਿੱਤਾ ਤੇ ਕਿਹਾ, ਤੁਸੀਂ ਇਸ ਵਿੱਚ ਇਸ਼ਕ ਦਰਸਾਇਆ ਹੈ, ਦੋਹਾਂ ਰੂਹਾਂ ਦੇ ਮੇਲ ਦੀ ਇੱਛਾ ਦਰਸਾਈ ਹੈ। ਹੁਣ ਮੈਂ ਆ ਗਈ ਹਾਂ। ਉਹ ਮਾਯੂਸ ਹਾਸੀ ਹੱਸਦਿਆਂ ਬੋਲੇ, ਤੂੰ ਪਾਗਲ ਤਾਂ ਨਹੀਂ ਹੋ ਗਈ? ਹੁਣ ਇਸ ਖੱਤ ਦਾ ਕੀ ਮਾਇਨਾ ਰਿਹਾ? ਮਾਇਨਾ ਕਿਉਂ ਨਹੀਂ ਰਿਹਾ? ਉਸ ਪਲ ਮੈਂ ਅਜਿਹੇ ਹਾਲਾਤ ਵਿੱਚ ਨਹੀਂ ਸਾਂ। ਅੱਜ ਹਾਂ, ਇਸ ਲਈ ਆ ਗਈ ਹਾਂ। ਪਰ ਮੇਰੇ ਵੀ ਤਾਂ ਹਾਲਾਤ ਬਦਲ ਚੁੱਕੇ ਨੇ। ਉਹ ਬੋਲੇ, ਕੀ ਹਾਲਾਤ ਬਦਲੇ ਨੇ? ਬਾਹਰੀ ਹਾਲਤਾਂ ਜਲਦੀ ਜਲਦੀ ਬਦਲਦੀਆਂ ਹਨ, ਅੰਦਰੂਨੀ ਹਾਲਤਾਂ ਇੰਨੀ ਛੇਤੀ ਨਹੀਂ ਬਦਲਦੀਆਂ। ਮੈਂ ਥੋੜਾ ਉੱਚੇ ਸੁਰ ਵਿੱਚ ਕਿਹਾ। ਬਾਹਰੀ ਹਾਲਤਾਂ ਹੀ ਤਾਂ ਬਦਲ ਗਈਆਂ ਨੇ। ਹੁਣ ਤੂੰ ਖੁਦ ਸੋਚ, ਅਜਿਹਾ ਕਿਵੇਂ ਹੋ ਸਕਦਾ ਹੈ? ਕਿਉਂ? ਇਸੇ ਲਈ ਹਨਾ ਕਿ ਮੈਂ ਦਾਗੀ ਹਾਂ। ਪਰ ਤੁਹਾਡੇ ਤੋਂ ਜ਼ਿਆਦਾ ਕੌਣ ਜਾਣਦਾ ਹੈ ਕਿ ਉਹ ਦਾਗ ਝੂਠਾ ਹੈ? ਤੁਹਾਨੂੰ ਵੀ ਇਸ ਸੱਚ ਲਈ ਕੋਈ ਗਵਾਹੀ ਚਾਹੀਦੀ ਹੈ, ਅਤੇ ਕਿਸੇ ਤਰ੍ਹਾਂ ਦੇ ਹੀ ਸਹੀ ਇਸ ਦਾਗ ਦੇ ਕੁਝ ਕਾਰਨ ਤੁਸੀਂ ਵੀ ਹੋ। ਹੁਣ ਮੈਨੂੰ ਹੋਰ ਕੌਣ ਸਵੀਕਾਰੇਗਾ? ਆਖਰੀ ਗੱਲ ਨਾਲ ਉਹ ਇੱਕਦਮ ਸੁਚੇਤ ਹੋ ਗਏ। ਉਹਨਾਂ ਦੇ ਚਿਹਰੇ ਤੇ ਕੁਝ ਪਰੇਸ਼ਾਨੀ ਘਟ ਗਈ ਅਤੇ ਕੋਈ ਅਜੀਬ ਜਿਹੀ ਹਾਸੀ ਉਹਨਾਂ ਦੇ ਚਿਹਰੇ ਤੇ ਆ ਗਈ। ਉਹਨਾਂ ਨੂੰ ਉੱਤਰ ਦੇਣ ਲਈ ਜਿਵੇਂ ਸੂਤਰ ਮਿਲ ਗਿਆ। ਰੁੜਦਿਆਂ ਰੁੜਦਿਆਂ ਜਿਵੇਂ ਚੱਟਾਨ ਤੇ ਪੈਰ ਆ ਪਵੇ। ਆਖਣ ਲੱਗੇ, ਇਹੋ ਤਾਂ ਗੱਲ ਹੈ। ਤੂੰ ਬੇਵਸੀ ਵਿੱਚ ਆਈ ਹੈ। ਤੈਨੂੰ ਮੇਰਾ ਨਾਂ ਪਹਿਲਾਂ ਮੋਹ ਸੀ ਨਾ ਹੁਣ ਤੇਰਾ ਟਿਕਾਣਾ ਕੋਈ ਨਹੀਂ, ਇਸੇ ਲਈ ਮੇਰੇ ਵੱਲ ਪਰਤੀ ਏ। ਇਸ ਗੱਲ ਨਾਲ ਮੇਰੇ ਪਿੰਡੇ ਅੱਗ ਲੱਗ ਗਈ। ਕਿਸੇ ਦੇ ਔਖੇ ਵੇਲੇ ਦਾ ਕਿਹਾ ਬੇਕਿਰਕ ਮਜ਼ਾਕ ਹੈ ਇਹ, ਇੱਕ ਪਸ਼ੂ ਵ੍ਰਿਤ ਰਾਖਸ਼ੀ। ਮੈਂ ਨਫ਼ਰਤ ਅਤੇ ਗੁੱਸੇ ਨੂੰ ਹੁਣ ਲੁਕਾਇਆ ਨਹੀਂ। ਕਿਹਾ, ਕਿਸੇ ਦੇ ਦੁੱਖ ਦਾ ਮਜ਼ਾਕ ਬਣਾਉਂਦਿਆਂ ਸ਼ਰਮ ਨਾ ਆਈ। ਮਜਬੂਰੀਆਂ ਕੁਝ ਨਹੀਂ ਹਨ। ਮਜਬੂਰੀਆਂ ਤਾਂ ਸਭ ਚਲੀਆਂ ਗਈਆਂ। ਜਿਸ ਕਰਕੇ ਬੇਵਸੀ ਸੀ, ਉਹ ਸਭ ਵਿਦਾ ਹੋ ਗਏ। ਜਾਇਦਾਦ, ਟੱਬਰ, ਮਾਨ ਸਨਮਾਨ। ਜੇ ਮੈਂ ਆਖਾਂ ਕਿ ਮੇਰੇ ਦਿਲ ਵਿੱਚ ਪਿਆਰ ਤਦ ਵੀ ਸੀ ਅਤੇ ਹੁਣ ਵੀ, ਤਾਂ ਤੁਸੀਂ ਯਕੀਨ ਮੰਨੋਗੇ? ਮੇਰੇ ਖੱਤ ਤੋਂ ਹੀ ਇਹ ਪ੍ਰਗਟ ਹੋ ਜਾਂਦਾ ਸੀ। ਉਸ ਦਿਨ ਬਲਦੀ ਵੱਲ ਧੱਕ ਕੇ ਖੁਦ ਤਾਂ ਖਿਸਕ ਗਏ, ਤਾਂ ਵੀ ਮੇਰੇ ਮਨ ਵਿੱਚ ਉਹ ਭਾਵ ਹਨ। ਅਸੀਂ ਇੰਨੀ ਛੇਤੀ ਨਹੀਂ ਬਦਲਦੀਆਂ, ਪਰ ਤੁਹਾਨੂੰ ਯਕੀਨ ਨਹੀਂ ਹੋਣਾ। ਜਿਸ ਨੂੰ ਖੁਦ ਤੇ ਯਕੀਨ ਨਹੀਂ, ਉਹ ਦੂਜਿਆਂ ਤੇ ਭਰੋਸਾ ਕਿਵੇਂ ਕਰੇਗਾ? ਮੇਰਾ ਗੱਜ ਭਰ ਆਇਆ ਸੀ, ਅੱਥਰੂ ਨਿਕਲਣ ਹੀ ਵਾਲੇ ਸਨ, ਪਰ ਮੈਂ ਉੱਥੇ ਆਪਣੀ ਕਮਜ਼ੋਰੀ ਦਰਸਾਉਣਾ ਨਹੀਂ ਚਾਹੁੰਦੀ ਸੀ। ਮਹਿੰਦਰ ਨਾਥ ਦਾ ਸਿਰ ਕੁਝ ਝੁਕ ਗਿਆ। ਉਹ ਹੌਲੀ ਜਿਹੀ ਬੋਲੇ, ਪਰ ਹੁਣ ਇਹਨਾਂ ਗੱਲਾਂ ਦਾ ਕੀ ਫਾਇਦਾ? ਮੇਰੀ ਕਿਹੜੀ ਘੱਟ ਬਦਨਾਮੀ ਹੋਈ? ਮੈਂ ਆਖਿਆ, ਤੁਸੀਂ ਆਪਣੀਆਂ ਕਮਜ਼ੋਰੀਆਂ ਕਰਕੇ ਬਦਨਾਮੀ ਮੁੱਲ ਲਈ।
ਤੁਸੀਂ ਜੇ ਉਵੇਂ ਉੱਥੋਂ ਨਾ ਖਿਸਕਦੇ, ਦ੍ਰਿੜਤਾ ਨਾਲ ਝੂਠ ਦਾ ਸਾਹਮਣਾ ਕਰਦੇ, ਤਾਂ ਨਾ ਤੁਹਾਡੀ ਬਦਨਾਮੀ ਹੁੰਦੀ ਅਤੇ ਨਾ ਮੇਰੀ। ਮਹਿੰਦਰ ਨਾਥ ਦਾ ਸਬਰ ਟੁੱਟ ਰਿਹਾ ਸੀ। ਉਹਨਾਂ ਕੋਲ ਕੋਈ ਤਰਕ ਨਹੀਂ ਸੀ ਜਿਸ ਦੀ ਵਰਤੋਂ ਕਰ ਸਕਦੇ ਸਨ। ਚਿੱਤ ਵਿੱਚ ਉਹਨਾਂ ਨੂੰ ਮੇਰੀ ਗੱਲ ਸਹੀ ਲੱਗ ਰਹੀ ਸੀ, ਪਰ ਕੋਈ ਡਰ ਸੀ ਜੋ ਉਹਨਾਂ ਨੂੰ ਗੱਲ ਮੰਨਣ ਨਹੀਂ ਸੀ ਦਿੰਦਾ। ਉਹ ਮੇਰੇ ਤੋਂ ਪਿੱਛਾ ਛੁਡਾਉਣ ਲਈ ਨਾ ਚਾਹੁੰਦਿਆਂ ਹੋਇਆਂ ਵੀ ਇਹ ਡਰ ਨਸ਼ਰ ਕਰ ਗਏ, ਮੇਰਾ ਵੀ ਤਾਂ ਟੱਬਰ ਹੈ, ਉਹ ਕੀ ਕਹਿਣਗੇ, ਫਿਰ ਸਮਾਜ ਹੈ, ਅਸੀਂ ਇਸੇ ਵਿੱਚ ਹੀ ਤਾਂ ਰਹਿਣਾ ਹੈ। ਮੇਰੀ ਬਦਨਾਮੀ ਮੇਰੀ ਮਜਬੂਰੀ ਸੀ ਤੇ ਉਹਨਾਂ ਦੀ ਇੱਜ਼ਤ ਉਹਨਾਂ ਦੀ ਮਜਬੂਰੀ ਸੀ। ਮੈਂ ਕਿਹਾ, ਇਹ ਖੱਤ ਤੁਸੀਂ ਆਪਣੇ ਟੱਬਰ ਨੂੰ ਪੁੱਛ ਕੇ ਲਿਖਿਆ ਸੀ? ਹਰਾਮਖੋਰੀ ਦੀ ਖੁੱਲ੍ਹ ਟੱਬਰ ਨੇ ਦਿੱਤੀ ਹੋਈ ਹੈ, ਪਰ ਨੈਤਿਕ ਸਬੰਧ ਦਾ ਵਿਰੋਧ ਟੱਬਰ ਕਰਦਾ ਹੈ। ਇਹ ਤੁਹਾਡੀ ਪਰਿਵਾਰ ਨੀਤੀ ਹੈ। ਝੂਠ ਦੇ ਡਰੋਂ ਤੁਸੀਂ ਸੱਚ ਨਹੀਂ ਪਹਿਨ ਸਕਦੇ। ਇੱਜ਼ਤ ਤਾਂ ਇੱਕ ਵਾਹਨ ਹੈ ਜਿਸ ਤੇ ਬੈਠ ਕੇ ਅੱਗੇ ਵਧਣਾ ਚਾਹੀਦਾ ਹੈ, ਪਰ ਤੁਸੀਂ ਉਸ ਨੂੰ ਮੱਥੇ ਤੇ ਲੱਦੀ ਫਿਰਦੇ ਹੋ, ਉਸ ਦੇ ਹੇਠਾਂ ਦਬਦੇ ਜਾਂਦੇ ਹੋ। ਸਮਾਜੀ ਢਾਂਚਾ ਬਦਲਣ ਦਾ ਹੋਕਾ ਦੇਣ ਵਾਲੇ ਤੁਹਾਡੇ ਉਹ ਇਨਕਲਾਬੀ ਲੇਖ, ਉਹਨਾਂ ਦਾ ਕੀ ਬਣੂ? ਉਹ ਤੁਸੀਂ ਹੋਰਾਂ ਲਈ ਲਿਖੇ ਹੋਣਗੇ, ਤੁਸੀਂ ਖੁਦ ਉਸੇ ਥਾਂ ਤੇ ਪਏ ਰਹਿਣਾ। ਚਿੱਕੜ ਦੇ ਟੋਬੇ ਵਿੱਚ ਪਏ ਤੁਸੀਂ ਗੰਗਾ ਨਹਾਉਣ ਦਾ ਮੰਤਰ ਰਟਦੇ ਹੋ। ਕਿੰਨੇ ਢੋਂਗੀ ਹੋ ਤੁਸੀਂ, ਕਿੰਨੇ ਡਰਪੋਕ, ਕਿੰਨੇ ਬੁਝਦਿਲ। ਮੈਂ ਸਮੁੱਚੇ ਮਨੋਂ ਨਫ਼ਰਤ ਕਰਦੀ ਹਾਂ ਤੁਹਾਨੂੰ। ਜਿੰਨੀ ਵੀ ਨਫ਼ਰਤ ਮੇਰੇ ਮਨ ਵਿੱਚ ਹੈ, ਉਹ ਸਭ ਤੁਹਾਡੇ ਲਈ, ਤੇ ਹੁਣ ਕਿਸੇ ਨਾਲ ਨਫ਼ਰਤ ਨਹੀਂ ਕਰਾਂਗੇ। ਮਹਿੰਦਰ ਨਾਥ ਬਿਲਕੁਲ ਖਤਮ ਹੋ ਗਏ। ਉਹ ਬਹੁਤ ਡਰੇ ਹੋਏ ਸਨ, ਸਿਰ ਨੀਵਾਂ, ਚੁੱਪਚਾਪ ਸੁਣਦੇ ਰਹੇ, ਜਿਵੇਂ ਬੇਸ਼ਰਮ ਦੇਣਦਾਰ ਆੜਤੀਏ ਦੀਆਂ ਗਾਲਾਂ ਸੁਣ ਲੈਂਦਾ ਹੈ। ਮੈਂ ਫੁਰਤੀ ਨਾਲ ਉੱਠੀ ਅਤੇ ਬਿਨਾਂ ਕੁਝ ਆਖਿਆਂ ਤੁਰ ਗਈ। ਬੂਹੇ ਵਿੱਚ ਦੇਖਿਆ ਤਾਂ ਉਹਨਾਂ ਦੀਆਂ ਨਜ਼ਰਾਂ ਮੇਰੇ ਵੱਲ ਸਨ। ਮੇਰੇ ਨਾਲ ਅੱਖਾਂ ਮਿਲਦਿਆਂ ਹੀ ਉਹਨਾਂ ਸਿਰ ਝੁਕਾ ਲਿਆ। ਮੈਂ ਘਰੇ ਪਹੁੰਚਦਿਆਂ ਬਿਸਤਰੇ ਤੇ ਡਿੱਗ ਪਈ। ਸਰੀਰ ਢਿੱਲਾ ਹੋ ਗਿਆ ਤੇ ਘੰਟੇ ਤੋਂ ਜਿਹੜੇ ਅਥਰੂ ਰੋਕੇ ਹੋਏ ਸਨ ਉਹ ਵਹਿਣ ਲੱਗੇ। ਨੀਂਦ ਨੂੰ ਮੇਰੇ ਉੱਤੇ ਤਰਸ ਆ ਗਿਆ ਹੋਣਾ। ਉਸਨੇ ਘੱਟੋ ਘੱਟ ਮੈਨੂੰ ਸੂਰਜ ਚੜ੍ਹਨ ਤੱਕ ਸੰਤਾਪ ਤੋਂ ਬਚਾ ਲਿਆ। ਮਹਿੰਦਰ ਨਾਥ ਨਾਲ ਇਸ ਤਰ੍ਹਾਂ ਆਖਰੀ ਗੱਲ ਹੋ ਜਾਣ ਕਾਰਨ ਪਹਿਲਾਂ ਕੁਝ ਦਿਨ ਅਸਫਲਤਾ ਅਤੇ ਨਿਰਾਸ਼ਾ ਦੀ ਬੜੀ ਪੀੜ ਹੋਈ, ਪਰ ਉਸ ਤੋਂ ਬਾਅਦ ਹੀ ਮਨ ਦੀ ਖਸਲਤ ਬਦਲ ਗਈ। ਪ੍ਰਾਪਤੀ ਦੀ ਉਮੀਦ ਜਦ ਬਿਲਕੁਲ ਜਾਂਦੀ ਹੈ ਤਾਂ ਮਨ ਵਿੱਚ ਇੱਕ ਨਿਰਪੇਖ ਖਸਲਤ ਧਾਰਨ ਕਰ ਲੈਂਦਾ ਹੈ। ਇਹ ਇੱਕ ਤਰ੍ਹਾਂ ਦੀ ਨਕਾਰਾਤਮਕ ਅਸੰਤੁਸ਼ਟੀ ਹੁੰਦੀ ਹੈ ਜੋ ਸੰਤੁਸ਼ਟੀ ਤੋਂ ਨਹੀਂ, ਅਸਫਲਤਾ ਤੋਂ ਪੈਦਾ ਹੁੰਦੀ ਹੈ। ਮੇਰੇ ਮਨ ਦੀ ਸਥਿਤੀ ਅਜਿਹੀ ਹੋ ਗਈ ਸੀ। ਮਨੁੱਖ ਉਮੀਦ ਦਾ ਸੂਤਰ ਲੈ ਕੇ ਤੁਰਿਆ ਜਾਂਦਾ ਹੈ, ਪਰ ਜਦ ਉਹ ਸੂਤਰ ਟੁੱਟ ਜਾਂਦਾ ਹੈ ਅਤੇ ਆਲੇ ਦੁਆਲੇ ਖੱਡਾਂ ਦਿਖਦੀਆਂ ਹਨ ਤਾਂ ਉੱਥੇ ਹੀ ਸਿਰ ਫੜ ਕੇ ਬਹਿ ਜਾਂਦਾ ਹੈ। ਮੈਂ ਰਾਹ ਵਿੱਚ ਹੀ ਬੈਠ ਗਈ ਸੀ। ਇਹ ਮੈਨੂੰ ਤਦ ਪਤਾ ਲੱਗਾ ਜਦ ਮੈਂ ਬਿਮਾਰ ਹੋਈ। ਭੈੜੀ ਬਿਮਾਰੀ ਤੋਂ ਮੈਨੂੰ ਕੋਈ ਡਰ ਨਾ ਲੱਗਿਆ, ਮੈਨੂੰ ਆਪਣੇ ਆਪ ਦੀ ਨਾ ਮਾਤਰ ਫਿਕਰ ਹੋਈ। ਡਾਕਟਰ ਨੂੰ ਦਿਖਾਉਣ ਅਤੇ ਦਵਾਈ ਲੈਣ ਦੀ ਇੱਛਾ ਵੀ ਨਹੀਂ ਹੋਈ। ਜ਼ਿੰਦਗੀ ਲਈ ਅਜੀਬ ਨਿਰਮੋਹੀ ਹੋ ਗਈ। ਕੀ ਸਿਆਣਿਆਂ ਨੇ ਇਸੇ ਨੂੰ ਵਿਰਾਗ ਕਿਹਾ ਹੈ? ਜੇ ਇਹੋ ਵਿਰਾਗ ਹੈ ਤਾਂ ਇਸ ਤੋਂ ਵੱਧ ਕੇ ਹਾਰ ਦੀ ਭਾਵਨਾ ਕਿਤੇ ਨਹੀਂ ਮਿਲਦੀ। ਮੈਂ ਉਸ ਬਿਮਾਰੀ ਤੋਂ ਉੱਠ ਜਾਂਦੀ, ਪਰ ਜਦ ਬਿਮਲਾ ਨੇ ਮੇਰੀ ਹਾਲਤ ਦੇਖੀ ਤਾਂ ਉਹ ਬਹੁਤ ਡਰ ਗਈ। ਕਹਿਣ ਲੱਗੀ, ਸ਼ੀਲਾ, ਤੂੰ ਖੁਦ ਨੂੰ ਤਿਲ-ਤਿਲ ਕਰਕੇ ਖਤਮ ਕਰ ਰਹੀ ਹੈ। ਕੋਈ ਵੀ ਇਨਸਾਨ ਇੰਨਾ ਵੱਡਾ ਨਹੀਂ ਹੈ ਕਿ ਉਸ ਲਈ ਜ਼ਿੰਦਗੀ ਕੁਰਬਾਨ ਹੋਵੇ। ਮਹਿੰਦਰ ਨਾਥ ਤਾਂ ਹੋਰ ਵੀ ਆਮ ਹੈ। ਇੱਕ ਮਨੁੱਖ ਦੇ ਚਾਹੁਣ ਨਾ ਚਾਹੁਣ ਨਾਲ ਜੇ ਜ਼ਿੰਦਗੀ ਦਾ ਖਤਮ ਹੋਣਾ ਨਿਰਭਰ ਹੋਵੇ ਤਾਂ ਅਸੀਂ ਜ਼ਿੰਦਗੀ ਨੂੰ ਬਹੁਤ ਛੋਟਾ ਕਰਕੇ ਦੇਖ ਰਹੇ ਹਾਂ, ਉਸ ਦੀ ਮਹੱਤਤਾ ਘਟਾ ਰਹੇ ਹਾਂ। ਮੈਂ ਆਖਿਆ, ਬਿਮਲਾ, ਇਹ ਤੇਰੇ ਸ਼ਬਦ ਨਹੀਂ ਲੱਗਦੇ। ਤੂੰ ਬਹੁਗੁਣੀ ਏ, ਪਰ ਅਜਿਹੀਆਂ ਦਾਰਸ਼ਨਿਕ ਗੱਲਾਂ ਤੂੰ ਕਦੇ ਨਹੀਂ ਕੀਤੀਆਂ। ਕਿਹੜੀ ਕਿਤਾਬ ਰੱਟ ਕੇ ਆਈ ਏ? ਉਹ ਥੋੜੀ ਸੰਗੀ, ਫਿਰ ਬੋਲੀ, ਤੂੰ ਤਾਂ ਮੈਨੂੰ ਨਿਰੀ ਬੇਅਕਲ ਸਮਝਦੀ ਏ ਨਾ, ਪਰ ਗੱਲ ਤੇਰੀ ਹੈ ਸਹੀ। ਇਹ ਗੱਲ ਅੱਜ ਸਵੇਰੇ ਵੀਰੇ ਨੇ ਕਹੀ ਸੀ। ਮੇਰੀ ਨਿਰਪੱਖਤਾ ਇੱਕੋ ਪਲ ਨਾਲ ਖਤਮ ਹੋ ਗਈ। ਮੈਂ ਪਹਿਲਾਂ ਸਿਰ ਫੜ ਕੇ ਬੈਠ ਜਾਣ ਦੀ ਗੱਲ ਕਹੀ ਸੀ। ਆਦਮੀ ਉਵੇਂ ਹੀ ਰਾਹ ਵਿੱਚ ਬੈਠਾ ਜ਼ਿੰਦਗੀ ਕੱਢ ਦੇਵੇ ਜੇ ਉਹ ਇਕੱਲਾ ਹੋਵੇ, ਪਰ ਜੇ ਉਹ ਦੇਖੇ ਕਿ ਕਿਤੇ ਕੋਈ ਉਸ ਦੀ ਗਤੀ ਨੂੰ ਦੇਖ ਰਿਹਾ ਹੈ ਤਾਂ ਉਹ ਉੱਠ ਕੇ ਥੋੜਾ ਬਹੁਤਾ ਤੁਰਨ ਦਾ ਯਤਨ ਜ਼ਰੂਰ ਕਰੇਗਾ। ਸਾਡੀ ਚਾਲ ਉੱਤੇ ਦੂਜਿਆਂ ਦੀ ਸੰਖੇਪ ਹੋਣ ਦਾ ਕਿੰਨਾ ਅਸਰ ਹੁੰਦਾ ਹੈ। ਕਾਫਲੇ ਵਿੱਚ ਚੱਲਣ ਵਾਲਾ ਇਸੇ ਲਈ ਨਹੀਂ ਥੱਕਦਾ ਕਿ ਦੂਜਿਆਂ ਦਾ ਸਾਥ ਹੁੰਦਾ ਹੈ। ਮੈਨੂੰ ਇਹ ਗੱਲ ਚੰਗੀ ਲੱਗੀ ਕਿ ਮੇਰੀ ਜ਼ਿੰਦਗੀ ਕਿਸੇ ਲਈ ਸੋਚਣ ਦਾ ਵਿਸ਼ਾ ਹੈ। ਮੇਰੀ ਹੋਂਦ ਬਿਲਕੁਲ ਫਜ਼ੂਲ ਨਹੀਂ ਹੈ। ਬਿਮਲਾ ਨੇ ਹੀ ਮੇਰੀ ਦਵਾ ਦਾਰੂ ਦਾ ਪ੍ਰਬੰਧ ਕੀਤਾ। ਦੂਜੇ ਦਿਨ ਜਦ ਉਹ ਆਈ ਤਾਂ ਆਪਣਾ ਭਰਾ ਮਨੋਹਰ ਲਾਲ ਨੂੰ ਵੀ ਨਾਲ ਲੈ ਆਈ। ਮੈਨੂੰ ਉਹ ਦ੍ਰਿਸ਼ ਯਾਦ ਹੈ। ਮੈਨੂੰ ਆਪਣੀ ਬਿਮਾਰੀ ਤੇ ਮਾਣ ਹੋਇਆ। ਅਸੀਂ ਜਦ ਦੁੱਖ ਭੋਗਦੇ ਹਾਂ ਤਾਂ ਦੂਜਿਆਂ ਤੋਂ ਉਸ ਦੁੱਖ ਦੀ ਪ੍ਰਮਾਣਿਕਤਾ ਚਾਹੁੰਦੇ ਹਾਂ। ਜਦ ਇਹ ਪ੍ਰਮਾਣਿਕਤਾ ਮਿਲਦੀ ਹੈ ਤਾਂ ਦੁੱਖ ਵਿੱਚ ਵੀ ਅਸੀਂ ਮਾਣ ਮਹਿਸੂਸ ਕਰਦੇ ਹਾਂ।
ਕੋਈ ਭੋਗੇ ਤੇ ਉਸ ਦਾ ਭੁਗਤਣਾ ਅਣਡਿੱਠ ਹੀ ਰਹੇ ਤਾਂ ਉਸ ਦਾ ਦੁੱਖ ਦੁੱਗਣਾ ਹੋ ਜਾਂਦਾ ਹੈ। ਮ੍ਰਿਤਕ ਦੇ ਪਰਿਵਾਰ ਵਿੱਚ ਸੋਗ ਲਈ ਜਾਣ ਦਾ ਵੀ ਇਹੋ ਰਹੱਸ ਹੈ। ਆਪਣੇ ਦੁੱਖ ਪ੍ਰਤੀ ਇੰਨੇ ਬੰਦਿਆਂ ਨੂੰ ਇਕੱਠਿਆਂ ਤੇ ਜਾਗਰੂਕ ਦੇਖ ਕੇ ਬੰਦਾ ਮਾਣ ਮਹਿਸੂਸ ਕਰਦਾ ਹੈ। ਦੂਜਿਆਂ ਦੇ ਦੁੱਖ ਨੂੰ ਪ੍ਰਮਾਣਿਕਤਾ ਦੇਣਾ ਹੀ ਤਾਂ ਹਮਦਰਦੀ ਹੈ। ਮਨੋਹਰ ਨੇ ਉਸ ਦਿਨ ਕੁਝ ਖਾਸ ਗੱਲਾਂ ਨਾ ਕੀਤੀਆਂ। ਉਹਨਾਂ ਦੀ ਅੱਖਾਂ ਵਿੱਚ ਬੜੀ ਦਿਆਲਤਾ ਸੀ। ਮੇਰੇ ਲਈ ਉਹਨਾਂ ਦੇ ਦਿਲ ਵਿੱਚ ਬੜੀ ਦਿਆਲੂ ਭਾਵਨਾ ਪੈਦਾ ਹੋਈ। ਉਹਨਾਂ ਖਿੰਡੇ ਪੁੰਡੇ ਘਰ ਵੱਲ ਤੱਕਿਆ। ਉਸ ਹਨੇਰੇ ਘਰ ਵਿੱਚ ਮੇਰੇ ਇਕਾਂਤ ਜੀਵਨ ਦੀ ਗੱਲ ਸੋਚੀ ਅਤੇ ਤਦ ਕਿਹਾ, ਤੁਸੀਂ ਕੁਝ ਦਿਨ ਆਪਣੇ ਕਿਸੇ ਸਾਕ ਸੰਬੰਧੀ ਦੇ ਘਰ ਕਿਉਂ ਨਹੀਂ ਚਲ ਜਾਂਦੇ? ਥੋੜਾ ਬਦਲਾਅ ਹੋ ਜਾਵੇਗਾ। ਤੁਹਾਡੀ ਇੱਕ ਭੈਣ ਹੈ ਨਾ? ਗੱਲ ਤਾਂ ਸਹੀ ਆਖੀ ਸੀ, ਪਰ ਉਸ ਨਾਲ ਮੇਰੇ ਦਿਲ ਨੂੰ ਬੜੀ ਸੱਟ ਲੱਗੀ। ਮੈਂ ਸੋਚਿਆ ਕਿ ਮੈਂ ਇੰਨੀ ਤਰਸਯੋਗ ਹੋ ਚੁੱਕੀ ਹਾਂ। ਇਨਸਾਨ ਹਮਦਰਦੀ ਚਾਹੁੰਦਾ ਹੈ, ਤਰਸ ਨਹੀਂ। ਹਮਦਰਦੀ ਵਿੱਚ ਦੂਜੇ ਦੀ ਸਮਰੱਥਾ ਰੱਦ ਨਹੀਂ ਹੁੰਦੀ, ਪਰ ਤਰਸ ਇਨਸਾਨ ਦੀ ਅਸਮਰੱਥਾ, ਬੇਵਸੀ ਅਤੇ ਹਾਰ ਨੂੰ ਮੰਨ ਕੇ ਹੀ ਕੀਤਾ ਜਾਂਦਾ ਹੈ। ਇਸ ਨਾਲ ਇਨਸਾਨ ਦੇ ਸਵੈਮਾਨ ਨੂੰ ਸੱਟ ਵੱਜਦੀ ਹੈ, ਉਸ ਦਾ ਆਪਾ ਟੁੱਟਦਾ ਹੈ। ਜਬਰ ਸਹਿ ਸਕਣਾ ਇੱਕ ਮਾਨ ਹੈ, ਪਰ ਤਰਸ ਸਹਿਣਾ ਤਾਂ ਬਹੁਤ ਵੱਡੀ ਬੇਸ਼ਰਮੀ ਹੈ। ਮਨੋਹਰ ਦੇ ਉਸ ਤਰਸ ਨਾਲ ਮੈਂ ਚੁਕੰਨੀ ਹੋ ਗਈ। ਕਿਸੇ ਦੀ ਨਿਗਾਹ ਵਿੱਚ ਤਰਸਯੋਗ ਹੋਣਾ ਪਾਪ ਹੈ। ਮੈਂ ਉਸੇ ਦਿਨ ਸਮਰੱਥਾ ਜਟਾਉਣ ਦੀ ਕੋਸ਼ਿਸ਼ ਕੀਤੀ। ਟੁੱਟੀ ਹੋਈ ਸ਼ਖਸੀਅਤ ਦੇ ਟੁਕੜਿਆਂ ਨੂੰ ਜੋੜਨ ਦਾ ਯਤਨ ਕਰਨ ਲੱਗੀ। ਸਾਵਧਾਨੀ ਨਾਲ ਮੈਂ ਦਵਾਈ ਲਈ ਤੇ ਕੁਝ ਦਿਨਾਂ ਵਿੱਚ ਸਹੀ ਹੋ ਗਈ। ਮੇਰਾ ਸਰੀਰ ਬਹੁਤ ਕਮਜ਼ੋਰ ਹੋ ਗਿਆ ਸੀ, ਰੂਹ ਹੋਰ ਵੀ। ਦੋਹਾਂ ਨੂੰ ਬਦਲਾਅ ਜ਼ਰੂਰੀ ਸੀ। ਬਹੁਤ ਸੋਚ ਵਿਚਾਰ ਕੇ ਤੈਅ ਕੀਤਾ ਕਿ ਮੈਂ ਆਪਣੀ ਚਚੇਰੀ ਭੈਣ ਕੋਲ ਜਾ ਕੇ ਕੁਝ ਦਿਨ ਰਹਾਂ। ਮੈਂ ਗਈ ਅਤੇ ਛੇਤੀ ਹੀ ਮੁੜ ਆਈ। ਤਦ ਤੋਂ ਲੈ ਕੇ ਹੁਣ ਤੱਕ ਦੀ ਕਹਾਣੀ ਹੀ ਹੋਰ ਹੈ। ਇਹੋ ਕਹਾਣੀ ਜੋ ਮੇਰੀ ਹੋ ਕੇ ਵੀ ਕਿਸੇ ਹੋਰ ਦੀ ਹੈ। ਮੈਂ ਅੱਜ ਵੀ ਪੱਕਾ ਨਹੀਂ ਕਹਿ ਸਕਦੀ ਕਿ ਜਿੱਥੇ ਸੀ ਉੱਥੇ ਜਾ ਕੇ ਜਿੱਥੇ ਆ ਗਈ ਹਾਂ ਉੱਥੇ ਆਉਣਾ ਠੀਕ ਹੋਇਆ ਜਾਂ ਨਾ। ਕਿਸੇ ਹੋਰ ਤਰੀਕੇ ਨਾਲ ਮੇਰੀ ਜ਼ਿੰਦਗੀ ਚੱਲਣ ਲੱਗੀ ਸੀ। ਇਸ ਲਈ ਅਗਲੀ ਕਹਾਣੀ ਉਹ ਕਹੇ ਜਿਸ ਕਾਰਨ ਜ਼ਿੰਦਗੀ ਕਹਾਣੀ ਬਣਨ ਲਈ ਗਤੀਵਾਨ ਹੋ ਗਈ। ਮਨੋਹਰ। ਸ਼ੀਲਾ ਦਾ ਖੱਤ ਮੇਰੇ ਸਾਹਮਣੇ ਹੈ। ਪੜ੍ਹਦਿਆਂ ਪੜ੍ਹਦਿਆਂ ਮੈਨੂੰ ਬਚਪਨ ਦੀ ਇੱਕ ਘਟਨਾ ਯਾਦ ਆ ਗਈ। ਇੱਕ ਦਿਨ ਮੈਂ ਮਠਿਆਈ ਦਾ ਡੱਬਾ ਫੜੀ ਮਠਿਆਈ ਖਾ ਰਿਹਾ ਸੀ ਕਿ ਬੂਹੇ ਵਿੱਚ ਭਿਖਾਰੀ ਦੀ ਆਵਾਜ਼ ਆਈ। ਮੈਂ ਝੱਟ ਕੋਲ ਗਿਆ ਤੇ ਅੰਦਰੋਂ ਬੇਹੀ ਰੋਟੀ ਲਿਆ ਕੇ ਦੇਣ ਲੱਗਿਆ। ਇੱਕ ਹੱਥ ਵਿੱਚ ਮਠਿਆਈ ਦਾ ਡੱਬਾ ਸੀ, ਦੂਜੇ ਵਿੱਚ ਉਹ ਬੇਹੀ ਰੋਟੀ। ਉਸ ਸਮੇਂ ਭਿਖਾਰੀ ਨਿਰਾਸ਼ਾ ਭਰੀ ਟਿਕਚਰ ਨਾਲ ਮੇਰੇ ਵੱਲ ਝਾਕਿਆ। ਉਸ ਛੋਟੀ ਉਮਰ ਵਿੱਚ ਵੀ ਮੈਂ ਉਸ ਦੀਆਂ ਅੱਖਾਂ ਦੇ ਸ਼ਬਦ ਪੜ੍ਹ ਲਏ, ਤੇਰੇ ਕੋਲ ਤਾਂ ਮਠਿਆਈ ਹੈ ਪਰ ਮੈਨੂੰ ਸੁੱਕੀ ਰੋਟੀ। ਮੈਂ ਉਸ ਪਲ ਬੜਾ ਪਛਤਾਇਆ। ਉਹ ਮੇਰੀ ਮੂਰਖਤਾ ਤੇ ਹੱਸ ਰਿਹਾ ਸੀ, ਮੇਰੀ ਤੰਗ ਦਿਲੀ ਤੇ ਮਾਯੂਸ ਸੀ। ਅੱਜ ਸ਼ੀਲਾ ਦਾ ਖੱਤ ਪੜ੍ਹਿਆ ਤਾਂ ਅਨੁਭਵ ਹੋਇਆ ਕਿ ਇਸ ਉਮਰ ਵਿੱਚ ਮੈਂ ਫਿਰ ਉਹ ਬਚਪਨਾ ਕਰ ਗਿਆ। ਇੰਨੇ ਸਾਲਾਂ ਦਾ ਤਜਰਬਾ, ਗਿਆਨ, ਵਿਗਿਆਨ ਮੇਰੀ ਉਸ ਮੌਲਿਕ ਤੰਗ ਦਿਲੀ ਨੂੰ ਖਤਮ ਨਹੀਂ ਕਰ ਸਕੇ। ਭਿਖਾਰੀ ਤਾਂ ਉਹ ਸੁੱਕੀ ਰੋਟੀ ਲੈ ਕੇ ਚਲਾ ਗਿਆ। ਉਹ ਭਿਖਾਰੀ ਸੀ, ਉਸਨੇ ਢਿੱਡ ਭਰਨਾ ਸੀ, ਪਰ ਸ਼ੀਲਾ ਉਹ ਸਭ ਛੱਡ ਕੇ ਚਲੀ ਗਈ ਜੋ ਮੈਂ ਉਸਨੂੰ ਦੇ ਰਿਹਾ ਸੀ। ਉਹ ਭਿਖਾਰਨ ਨਹੀਂ ਸੀ। ਮੈਨੂੰ ਯਾਦ ਹੈ ਕਿ ਸਾਡੇ ਘਰੇ ਮਹੀਨੇ ਵਿੱਚ ਇੱਕ ਅੱਧੀ ਵਾਰ ਚੰਗੀ ਮਠਿਆਈ ਵੀ ਖਵਾਈ ਜਾਂਦੀ ਸੀ। ਉਹਨਾਂ ਬ੍ਰਾਹਮਣਾਂ ਨੂੰ ਜੋ ਰੇਸ਼ਮੀ ਬਾਣੇ ਪਹਿਨ ਕੇ ਆਉਂਦੇ, ਮੱਥੇ ਤੇ ਖੁਸ਼ਬੂਦਾਰ ਕੇਸਰ ਚੰਦਨ ਦਾ ਲੇਪ ਕਰਦੇ ਸਨ, ਜਿਨ੍ਹਾਂ ਦੀਆਂ ਹਵੇਲੀਆਂ ਸਨ। ਉਹ ਉੱਚ ਸਟੈਂਡਰਡ ਦੇ ਭਿਖਾਰੀ ਸਨ। ਜੋ ਅਸੀਂ ਚਿੱਥੜਿਆਂ ਵਿੱਚ ਲਿਪਟੇ ਭਿਖਾਰੀਆਂ ਨੂੰ ਨਹੀਂ ਦਿੰਦੇ ਸਾਂ, ਉਹ ਉਹਨਾਂ ਨੂੰ ਦਿੰਦੇ ਸਾਂ। ਸੋਚਦਾ ਹਾਂ ਜੋ ਮੈਂ ਸ਼ੀਲਾ ਨੂੰ ਨਹੀਂ ਦਿੱਤਾ ਅਤੇ ਜੋ ਨਾ ਮਿਲਣ ਕਾਰਨ ਉਹ ਮੇਰੀਆਂ ਸਾਰੀਆਂ ਰਹਿਮਤਾਂ ਠੁਕਰਾ ਕੇ ਚੱਲ ਗਈ, ਉਹ ਮੈਂ ਕਿਸੇ ਉੱਚੇ ਸਟੈਂਡਰਡ ਵਾਲੇ ਲਈ ਬਚਾ ਕੇ ਰੱਖ ਲਿਆ ਸੀ। ਛੋਟੀ ਭੈਣ ਬਿਮਲਾ ਦੀ ਉਹ ਸਹੇਲੀ ਸੀ। ਉਹ ਬਿਮਲਾ ਕੋਲ ਆਉਂਦੀ ਸੀ। ਮੈਂ ਆਪਣੇ ਪੜ੍ਹਨ ਦੇ ਕਮਰੇ ਵਿੱਚ ਹੀ ਰਹਿੰਦਾ ਸੀ। ਘਰ ਦੇ ਸਿਰੇ ਤੇ ਮੈਂ ਜਾਣਬੁੱਝ ਕੇ ਕਮਰਾ ਲਿਆ ਸੀ ਕਿਉਂਕਿ ਭਾਬੀ ਪਿਛਲੇ ਜਨਮ ਵਿੱਚ ਜ਼ਰੂਰ ਕੋਈ ਰਾਣੀ ਮਹਾਰਾਣੀ ਸੀ ਜਿਸ ਦੀ ਦਰਬਾਰ ਲਾਉਣ ਦੀ ਆਦਤ ਹੁਣ ਤੱਕ ਸੀ। ਦਿਨ ਭਰ ਉਸ ਦੇ ਦਰਬਾਰ ਵਿੱਚ ਅਜਿਹੀ ਕੁੱਤੇ ਹੁੰਦੀ ਸੀ ਕਿ ਮੇਰਾ ਸਿਰ ਘੁੰਮਣ ਲੱਗਦਾ। ਅੰਤ ਮੈਂ ਆਪਣਾ ਡੇਰਾ ਉਸ ਕਮਰੇ ਵਿੱਚ ਲਾਇਆ ਜਿੱਥੇ ਉਹਨਾਂ ਦਾ ਰੌਲਾ ਦੂਰ ਦੁਰਾਡੇ ਲੱਗੇ ਸੰਗੀਤ ਦੀ ਧੁਨ ਵਾਂਗ ਸੁਣਦਾ ਸੀ। ਸ਼ੀਲਾ ਬਿਮਲਾ ਕੋਲ ਆਉਂਦੀ ਸੀ, ਪਰ ਬਹੁਤ ਘੱਟ। ਅਕਸਰ ਬਿਮਲਾ ਹੀ ਉਸ ਕੋਲ ਜਾਂਦੀ ਸੀ। ਉਸ ਦਾ ਘੱਟ ਆਉਣਾ ਤੇ ਬਿਮਲਾ ਦਾ ਵਧੇਰੇ ਜਾਣਾ ਘਰੇ ਚਰਚਾ ਦਾ ਵਿਸ਼ਾ ਬਣ ਗਿਆ ਸੀ। ਭਾਬੀ ਇਹ ਹਿਸਾਬ ਰੱਖਦੀ ਕਿ ਕੌਣ ਕਿੰਨੀ ਵਾਰੀ ਸਾਡੇ ਘਰ ਆਇਆ ਤੇ ਅਸੀਂ ਉਸ ਵੱਲ ਕਿੰਨੀ ਵਾਰ ਗਏ। ਕਿਸੇ ਦੇ ਆਉਣ ਦੀ ਗਿਣਤੀ ਤੋਂ ਉਹ ਆਪਣੇ ਜਾਣ ਦੀ ਗਿਣਤੀ ਕਿਸੇ ਵੀ ਹਾਲਤ ਵਿੱਚ ਵਧਣ ਨਹੀਂ ਦਿੰਦੀ ਸੀ। ਇਸ ਲਈ ਬਿਮਲਾ ਨੂੰ ਅਕਸਰ ਝੁੜਕਾਂ ਸੁਣਨੀਆਂ ਪੈਂਦੀਆਂ। ਪਰ ਦੇਖੋ ਉਹਨਾਂ ਦੀ ਦੇਹਲੀ ਤੇ ਖੜੀ ਰਹਿੰਦੀ ਹੈ ਇਹ ਕੁੜੀ। ਜਦ ਦੇਖੋ ਉਹਨਾਂ ਦੀ ਦੇਹਲੀ ਤੇ ਖੜੀ ਰਹਿੰਦੀ ਹੈ ਇਹ ਕੁੜੀ। ਉਹ ਇਸ ਕੋਲ ਆਉਂਦੀ ਹੀ ਨਹੀਂ। ਕਿੱਡੀ ਹੰਕਾਰਨ ਹੈ।
ਹਲੇ ਤਾਂ ਪਿਓ ਪੱਲੇ ਕੱਖ ਨਹੀਂ, ਫਿਰ ਵੀ ਇਹ ਹੰਕਾਰ। ਜੇ 4 ਪੈਸੇ ਹੁੰਦੇ ਤਾਂ ਭੁੰਜੇ ਪੈਰ ਨਾ ਲਾਉਂਦੀ। ਪਰ ਬਿਮਲਾ ਸਭ ਅਣਸੁਣਿਆ ਕਰ ਦਿੰਦੀ। ਉਸ ਦੇ ਘੱਟ ਆਉਣ ਦਾ ਕਾਰਨ ਉਸ ਦੇ ਸਬੰਧ ਬਾਰੇ ਉਹ ਚਰਚਾ ਵੀ ਸੀ ਜੋ ਉਸਨੂੰ ਸੁਣਾਉਣ ਲਈ ਹੁੰਦੀ ਸੀ। ਉਸ ਦਿਨ ਸਵੇਰੇ ਅਚਾਨਕ ਛੋਟੀ ਭੈਣ ਬਿਮਲਾ ਨੇ ਆ ਕੇ ਕਿਹਾ, ਵੀਰੇ, ਸ਼ੀਲਾ ਦੇ ਬਾਪੂ ਦੀ ਮੌਤ ਹੋ ਗਈ ਹੈ। ਮੁਹੱਲੇ ਵਾਲਿਆਂ ਨੇ ਉਹਨਾਂ ਨਾਲ ਦੁਸ਼ਮਣੀ ਮੁੱਲ ਲੈ ਰੱਖੀ ਹੈ। ਕੋਈ ਨਹੀਂ ਆਇਆ ਹੁਣ ਤੱਕ। ਤੂੰ ਚੱਲ ਕੇ ਜਰਾ ਉਹਨਾਂ ਦੀ ਆਖਰੀ ਰਸਮ ਤਾਂ ਕਰਾ। ਮੈਂ ਚੁੱਪਚਾਪ ਬਿਮਲਾ ਨਾਲ ਤੁਰ ਪਿਆ। ਉੱਥੇ ਪਹੁੰਚ ਕੇ ਇੱਕ ਬੁੱਢੀ ਤੋਂ ਪਤਾ ਲੱਗਿਆ ਕਿ ਸ਼ੀਲਾ ਬਾਜ਼ਾਰ ਗਈ ਹੈ। ਬੁੱਢੀ ਲਾਸ਼ ਕੋਲ ਬੈਠੀ ਗੁਆਂਢੀਆਂ ਨੂੰ ਰਜਵੀਆਂ ਗਾਲਾਂ ਕੱਢ ਰਹੀ ਸੀ। ਥੋੜੇ ਚਿਰ ਬਾਅਦ ਸ਼ੀਲਾ ਵਾਪਸ ਮੁੜੀ। ਉਸਦੇ ਨਾਲ 4-5 ਮਜ਼ਦੂਰ ਸਨ ਜੋ ਬਾਂਸ, ਰੱਸੀਆਂ, ਕਫਨ, ਘਾਹ ਆਦਿ ਸਮਾਨ ਲਈ ਆ ਰਹੇ ਸਨ। ਬਿਮਲਾ ਨੇ ਕਿਹਾ, ਸ਼ੀਲਾ, ਹੁਣ ਤੂੰ ਫਿਕਰ ਨਾ ਕਰ, ਵੀਰਾ ਆ ਗਿਆ, ਉਹ ਸਭ ਸਹੀ ਕਰ ਦੇਵੇਗਾ। ਹੁਣੇ ਜਾ ਕੇ ਆਪਣੇ ਮਿੱਤਰਾਂ ਨੂੰ ਸੱਦ ਲਿਆਉਂਦਾ ਹੈ। ਉਸਨੇ ਇੱਕ ਵਾਰ ਮੇਰੇ ਵੱਲ ਵੇਖਿਆ ਅਤੇ ਬੋਲੀ, ਨਹੀਂ, ਹੁਣ ਮੈਨੂੰ ਕਿਸੇ ਦੀ ਮਦਦ ਦੀ ਲੋੜ ਨਹੀਂ, ਮੈਂ ਮਜ਼ਦੂਰ ਲਿਆਂਦੇ ਹਨ। ਬਿਮਲਾ ਇੱਕਦਮ ਡਰ ਗਈ। ਉਸਨੂੰ ਬੁਰਾ ਲੱਗਿਆ। ਮੈਂ ਉਸ ਸਖਤ ਔਰਤ ਵੱਲ ਤੱਕਦਾ ਰਿਹਾ। ਉਸ ਦੀਆਂ ਅੱਖਾਂ ਅੰਗਾਰਿਆਂ ਵਾਂਗ ਜਲ ਰਹੀਆਂ ਸਨ। ਚਿਹਰੇ ਤੇ ਬੜੀ ਕਠੋਰਤਾ ਸੀ। ਉਸ ਦੇ ਮੀਚੇ ਬੁੱਲ ਮਨ ਦੀ ਪਰਪੱਕਤਾ ਦਰਸਾਉਂਦੇ ਸਨ। ਉਸ ਦੇ ਅੰਦਰ ਜੋ ਜਵਾਲਾਮੁਖੀ ਸੁਲਗ ਰਹੀ ਸੀ, ਉਸ ਦੀ ਇੱਕ ਲਪਟ ਨਾਲ ਬਿਮਲਾ ਮੁਰਝਾ ਗਈ ਸੀ। ਉਸ ਬੁੱਢੀ ਦੇ ਫਿਟਕਾਰਨ ਨਾਲ ਮੁਹੱਲੇ ਦੇ ਬੰਦੇ ਆਏ। ਆਸੇ-ਪਾਸੇ ਝਾਕਦੇ, ਦੰਦੀਆਂ ਕੱਢਦੇ, ਮੋਢਿਆਂ ਨੂੰ ਮੂੰਹ ਲਾ ਨਿਰਜੀਵ ਹਾਸਾ ਹੱਸਦੇ। ਕਿੰਨੇ ਹਲਕੇ ਲੋਕ ਸਨ। ਕਿਹੇ ਮਾੜੇ ਕੀ ਕੋ ਝਿੜਕ ਨਾਲ ਬਾਹਰ ਆ ਗਏ ਅਤੇ ਕਿਹੇ ਬੇਦਿਲੇ ਕਿ ਗਵਾਂਢੀ ਦੀ ਲਾਸ਼ ਤੱਕ ਦਫਨਾਉਣ ਨਹੀਂ ਸਨ ਆ ਰਹੇ। ਕਿਹੇ ਗੁਲਾਮ ਕੀ ਦਿਲ ਦੀ ਨਫ਼ਰਤ ਵੀ ਚੰਗੀ ਤਰ੍ਹਾਂ ਨਹੀਂ ਕਰ ਸਕਦੇ। ਕਿਹੇ ਕੰਗਾਲ ਕੇ ਦਿਲ ਵਿੱਚ ਹਮਦਰਦੀ ਦਾ ਇੱਕ ਕਣ ਵੀ ਨਹੀਂ। ਅਤੇ ਫਿਰ ਵੀ ਕਿੰਨੇ ਪਖੰਡੀ ਕਿ ਆਪਣੇ ਆਪ ਨੂੰ ਪਾਕ ਪਵਿੱਤਰ ਮੰਨਣ ਵਾਲੇ। ਸ਼ੀਲਾ ਨੇ ਉਹਨਾਂ ਵੱਲ ਇੱਕ ਸਖਤ ਨਫ਼ਰਤ ਭਰੀ ਨਿਗਾਹ ਮਾਰੀ ਤਾਂ ਸਾਰੇ ਡੌਰ ਭੌਰ ਝਾਕਣ ਲੱਗੇ। ਸੱਚ ਦੀ ਇੱਕੋ ਤੱਕਣੀ ਨਾਲ ਢੋਂਗ ਦੀਆਂ ਲੱਤਾਂ ਕੰਬਣ ਲੱਗੀਆਂ। ਅਰਥੀ ਉੱਠੀ। ਰੋਣ ਵਾਲੀ ਉਹ ਇੱਕ ਵਿਧਵਾ ਸੀ। ਉਹ ਵੀ ਆਪਣੇ 6 ਪੁੱਤਰਾਂ ਤੇ ਪਤੀ ਨੂੰ ਯਾਦ ਕਰਕੇ ਨਾਂ ਲੈ ਲੈ ਕੇ ਰੋ ਰਹੀ ਸੀ। ਉਸਦੇ ਹੰਝੂ ਵੀ ਮਥੁਰਾ ਬਾਬੂ ਦੇ ਹਿੱਸੇ ਨਹੀਂ ਆਏ। ਇੰਨੇ ਬੇਰੋਇਆਂ ਕਿਸੇ ਦੀ ਅਰਥੀ ਨਹੀਂ ਉੱਠੀ ਹੋਣੀ। ਸ਼ੀਲਾ ਦੀ ਅੱਖਾਂ ਵਿੱਚ ਭੋਰਾ ਹੰਝੂ ਨਹੀਂ ਸਨ। ਜਦ ਅਰਥੀ ਉੱਠਣ ਲੱਗੀ, ਉਸਨੇ ਬਾਪੂ ਵੱਲ ਤੱਕਿਆ, ਇੱਕ ਲੰਬਾ ਹੌਂਕਾ ਲਿਆ ਅਤੇ ਅੰਦਰ ਚਲੀ ਗਈ। ਬਿਮਲਾ ਦੀ ਉਹ ਦੋਸਤ ਸੀ ਅਤੇ ਬਿਮਲਾ ਹੀ ਉਹ ਇੱਕੋ ਇਨਸਾਨ ਹੈ ਜਿਸ ਦਾ ਸੱਚਾ ਪਿਆਰ ਉਸਨੂੰ ਮਿਲਿਆ। ਬਿਮਲਾ ਲਗਭਗ ਰੋਜ਼ ਉਸਦੇ ਘਰੇ ਜਾਂਦੀ ਸੀ ਅਤੇ ਮੁੜਦੀ ਤਾਂ ਉਸਦਾ ਮੂੰਹ ਖਿਝ ਨਾਲ ਭਰਿਆ ਹੁੰਦਾ। ਉਹ ਜਦ ਕਦੇ ਮੈਨੂੰ ਉਸਦੀ ਮੁਸੀਬਤ ਦੱਸਿਆ ਕਰਦੀ, ਵੀਰੇ, ਤੂੰ ਕਦੀ-ਕਦੀ ਉਹਦੇ ਵੱਲ ਗੇੜਾ ਮਾਰ ਆਇਆ ਕਰ। ਉਸ ਦੁਖਿਆਰੀ ਦਾ ਕੋਈ ਨਹੀਂ, ਰਿਸ਼ਤੇਦਾਰ ਕੋਈ ਪੁੱਛਦਾ ਨਹੀਂ ਅਤੇ ਇਕੱਲੀ ਕੁੜੀ ਲੋਕ ਜਿਵੇਂ ਉਹਨੂੰ ਖਾ ਜਾਣਾ ਚਾਹੁੰਦੇ ਹਨ। ਬਿਮਲਾ ਉਸਦੀਆਂ ਸਿਫਤਾਂ ਵੀ ਬਹੁਤ ਕਰਦੀ। ਵੀਰੇ, ਉਸ ਵਰਗੀ ਅਕਲ ਤਾਂ ਕਿਸੇ ਦੀ ਦੇਖੀ ਸੁਣੀ ਨਹੀਂ। ਕਿੰਨੀ ਪਰਖ ਹੈ ਉਸਨੂੰ, ਸਾਨੂੰ ਤਾਂ ਉਹ ਗੱਲ ਨਹੀਂ ਆਉਣ ਦਿੰਦੀ। ਮਹਿੰਦਰ ਨਾਥ ਨਾਲ ਜੇ ਉਸਦਾ ਵਿਆਹ ਹੋ ਜਾਂਦਾ ਤਾਂ ਉਹ ਉਹਨਾਂ ਦੀ ਵੀ ਗੁਰੂ ਬਣ ਜਾਂਦੀ। ਆਖਿਰ ਮੈਂ ਉਸ ਵੱਲ ਗਿਆ। ਉਹ ਬੈਠੀ ਕੋਈ ਕਿਤਾਬ ਪੜ੍ਹ ਰਹੀ ਸੀ। ਮੇਰੇ ਜਾਣ ਨਾਲ ਉਸਦੇ ਚਿਹਰੇ ਤੇ ਖੁਸ਼ੀ, ਦੁੱਖ ਜਾਂ ਹੈਰਾਨੀ ਦਾ ਕੋਈ ਭਾਵ ਨਾ ਆਇਆ। ਦਾਰਸ਼ਨਿਕ ਜਿਹੀ ਫਿਕਰਮੰਦੀ ਅਤੇ ਬਜ਼ੁਰਗਾਂ ਜਿਹੀ ਗੰਭੀਰਤਾ ਉਸਦੇ ਚਿਹਰੇ ਤੇ ਸੀ। ਮੈਂ ਬੜਾ ਸ਼ੱਕ ਜਿਹੀ ਚ ਪਿਆ। ਸ਼ਾਇਦ ਇਹਨੂੰ ਮੇਰਾ ਆਉਣਾ ਪਸੰਦ ਨਹੀਂ ਆਇਆ। ਸ਼ਾਇਦ ਇਹਨੇ ਇਹ ਸੋਚਿਆ ਹੋਵੇ ਕਿ ਮੈਂ ਭੈਣ ਦੀ ਨੇੜਤਾ ਦਾ ਫਾਇਦਾ ਲੈਣਾ ਚਾਹੁੰਦਾ ਹਾਂ। ਕੁਝ ਚਿਰ ਬਾਅਦ ਉਹ ਬੋਲੀ, ਮੈਂ ਉਸ ਦਿਨ ਤੁਹਾਨੂੰ ਤਿੱਖਾ ਬੋਲ ਦਿੱਤਾ, ਤੁਹਾਨੂੰ ਬੁਰਾ ਲੱਗਾ ਹੋਵੇਗਾ, ਪਰ ਉਸ ਸਮੇਂ ਹਾਲਾਤ ਤਾਂ ਤੁਸੀਂ ਵੇਖੇ ਹੀ ਸਨ। ਮੈਂ ਬਿਮਲਾ ਨੂੰ ਕਿਹਾ ਸੀ, ਮੇਰੇ ਵੱਲੋਂ ਆਪਣੇ ਭਰਾ ਤੋਂ ਮਾਫੀ ਮੰਗ ਲਵੀਂ। ਮੈਂ ਕਿਹਾ, ਉਸ ਲਈ ਤੁਸੀਂ ਬਿਮਲਾ ਤੋਂ ਹੀ ਮਾਫੀ ਮੰਗ ਲਿਓ। ਉਹਦੇ ਭਰਾ ਨੂੰ ਕੋਈ ਮਾੜਾ ਚੰਗਾ ਬੋਲੇ ਤਾਂ ਪਹਿਲਾਂ ਉਹ ਲੜ ਪੈਂਦੀ ਹੈ। ਮੈਨੂੰ ਬਿਲਕੁਲ ਬੁਰਾ ਨਹੀਂ ਲੱਗਿਆ। ਅਜਿਹੀ ਮੁਸੀਬਤ ਵਿੱਚ ਤਾਂ ਵੱਡੇ ਵੱਡੇ ਸੰਜਮੀ ਸਬਰ ਗਵਾ ਲੈਂਦੇ ਨੇ, ਫਿਰ ਤੁਸੀਂ ਤਾਂ ਔਰਤ ਹੋ। ਉਹ ਕੁਝ ਕਾਲੇ ਸੁਰ ਵਿੱਚ ਬੋਲੀ, ਆਹੋ, ਔਰਤ ਹੋਣਾ ਬਹੁਤ ਸਾਰੀਆਂ ਅਸਮਰਥਾਵਾਂ ਨੂੰ ਭੁਗਤਣਾ ਹੈ। ਅਬਲਾ ਕਿਹਾ ਹੈ ਤਾਂ ਉਸਨੂੰ ਅਬਲਾ ਬਣਾ ਕੇ ਹੀ ਛੱਡਣਾ। ਜੋ ਅਬਲਾ ਬਣਨ ਤੋਂ ਮਨਾ ਕਰੇਗੀ ਉਸਨੂੰ ਗਸ਼ਤੀ ਬਣਾਵਾਂਗੇ। ਅਬਲਾ ਅਤੇ ਗਸ਼ਤੀ ਵਿੱਚੋਂ ਕੋਈ ਇੱਕ ਨਾਮ ਚੁਣਨਾ ਹੁੰਦਾ ਹੈ। ਮੈਂ ਗਸ਼ਤੀ ਹੀ ਚੁਣ ਲਿਆ। ਉਹ ਢਿੱਲਾ ਜਿਹਾ ਹੱਸੀ ਅਤੇ ਬਾਹਰ ਦੇਖਣ ਲੱਗੀ। ਮੈਂ ਸ਼ਾਂਤ ਜਿਹੇ ਸੁਰ ਵਿੱਚ ਕਿਹਾ, ਮੈਨੂੰ ਉਹਨਾਂ ਅਫਵਾਹਾਂ ਤੇ ਬਿਲਕੁਲ ਭਰੋਸਾ ਨਹੀਂ। ਤੂੰ ਉਹਨਾਂ ਲੋਕਾਂ ਨੂੰ ਠੁਕਰਾਇਆ ਹੋਵੇਗਾ। ਠੁਕਰਾਈ ਹੋਈ ਧੂੜ ਤੂਫਾਨ ਦਾ ਰੁਖ ਤੱਕਦੀ ਹੈ, ਕਦ ਉਹ ਸਿਰ ਚੜੇ। ਉਸ ਰਾਤ ਨੂੰ ਉਹ ਹਨੇਰੀ ਆਈ ਅਤੇ ਉਹਨੇ ਸਭਨਾਂ ਦੇ ਦਿਲਾਂ ਦੀ ਖਾਰ ਤੁਹਾਨੂੰ ਬਦਨਾਮ ਕਰਕੇ ਕੱਢੀ। ਉਹ ਬੋਲੀ, ਪਰ ਜਿਵੇਂ ਜਿਵੇਂ ਸੋਚਦੀ ਹਾਂ ਤਿਉਂ-ਤਿਉਂ ਸਮਝ ਆਉਂਦਾ ਹੈ ਕਿ ਇਹਨਾਂ ਲੋਕਾਂ ਤੇ ਗੁੱਸਾ ਕਰਨਾ ਫਜ਼ੂਲ ਹੈ। ਇਹ ਕੇਵਲ ਤਰਸ ਦੇ ਪਾਤਰ ਹਨ, ਗੁੱਸੇ ਦੇ ਨਹੀਂ। ਇਹਨਾਂ ਦੇ ਖਿਆਲ ਗਵਾਚ ਗਏ, ਨਿਗਾਹ ਗਵਾਚ ਗਈ, ਭਾਵਨਾਵਾਂ ਗਵਾਚ ਗਈਆਂ।
ਇਹ ਵਿਚਾਰੇ ਮਦਦ ਤੱਕ ਕਰਨ ਲਈ ਆਜ਼ਾਦ ਨਹੀਂ। ਜਿਨ੍ਹਾਂ ਦੇ ਬੇੜੀਆਂ ਪਾਈਆਂ ਹੋਣ ਉਹ ਪਿੱਟ-ਪਿੱਟ ਕੇ ਮਦਦ ਲਈ ਨਾ ਭੱਜੇ ਤਾਂ ਉਹਦਾ ਕਸੂਰ ਨਹੀਂ, ਕਿਉਂਕਿ ਤੁਹਾਨੂੰ ਅਜਿਹਾ ਨਹੀਂ ਲੱਗਦਾ ਕਿ ਇਹਨਾਂ ਦੇ ਪੈਰਾਂ ਵਿੱਚ ਖਬਰੇ ਕਾਤੋਂ ਮਿੱਥਾਂ ਦੀਆਂ ਬੇੜੀਆਂ ਪਾ ਦਿੱਤੀਆਂ ਹਨ। ਮੈਂ ਹਮਦਰਦੀ ਜਤਾਉਣ ਆਇਆ ਸੀ, ਪਰ ਉਹ ਮੈਨੂੰ ਨਿੱਜੀ ਗੱਲਬਾਤ ਵੱਲੋਂ ਕਿਤੇ ਹੋਰ ਹੀ ਲੈ ਤੁਰੇ। ਮੈਂ ਕਿਹਾ, ਤੁਹਾਡਾ ਕਹਿਣਾ ਸਹੀ ਹੈ। ਇਹਨਾਂ ਲੋਕਾਂ ਦੇ ਪਸ਼ੂ ਬਣੇ ਰਹਿਣ ਵਿੱਚ ਹੀ ਇਹਨਾਂ ਦੇ ਲੋਟੂਆਂ ਦਾ ਫਾਇਦਾ ਹੈ। ਤਾਂ ਹੀ ਤਾਂ ਇਸ ਅਖੌਤੀ ਨੈਤਿਕਤਾ ਨੂੰ ਸਿਖਾਉਣ ਵਾਲੇ ਗੱਡੀ ਵਿੱਚ ਬੈਠ ਕੇ ਕਲੱਬ ਪਹੁੰਚ ਕੇ ਸੁਸਾਇਟੀ ਗਰਲ ਨਾਲ ਵਿਲਾਸ ਕਰਦੇ ਹਨ ਅਤੇ ਗਰੀਬ ਬੰਦੇ ਨੂੰ ਸਿਖਾ ਦਿੰਦੇ ਹਨ ਕਿ ਜੇ ਕੋਈ ਕੁੜੀ ਕਿਸੇ ਮੁੰਡੇ ਨਾਲ ਗੱਲਬਾਤ ਕਰ ਰਹੀ ਹੋਵੇ ਤਾਂ ਰੌਲਾ ਪਾ ਦਿਓ, ਕਿਉਂਕਿ ਇਹ ਬੜਾ ਪਾਪ ਹੈ। ਹਜ਼ਾਰਾਂ ਵਰ੍ਹਿਆਂ ਤੋਂ ਅਸੀਂ ਸੰਸਕ੍ਰਿਤੀ ਅਤੇ ਸੱਭਿਆਚਾਰ ਦੀ ਭਗਤੀ ਕੀਤੀ ਹੈ, ਪਰ ਭੇੜੀਏ ਇਉਂ ਹੀ ਕਰਦੇ ਹਨ। ਜਿਵੇਂ ਭੇੜੀਏ ਗਾਂ ਨੂੰ ਦੇਖ ਕੇ ਝਪਟਦੇ ਹਨ, ਉਵੇਂ ਹੀ ਔਰਤ ਨੂੰ ਦੇਖ ਕੇ ਆਲੇ ਦੁਆਲੇ ਦੇ ਲੋਕ ਭੜਕਦੇ ਹਨ। ਕੋਈ ਔਰਤ ਸਾਡੇ ਦਰਮਿਆਨ ਰਹਿ ਨਹੀਂ ਸਕਦੀ। ਉਹ ਕੁਝ ਚਿਰ ਮੌਨ ਰਹਿ ਕੇ ਜਿਵੇਂ ਕੁਝ ਸੋਚਣ ਲੱਗੀ, ਫਿਰ ਇੱਕਦਮ ਪੁੱਛਣ ਲੱਗੀ, ਤੁਹਾਨੂੰ ਮੇਰੇ ਘਰ ਆਉਂਦਿਆਂ ਡਰ ਨਹੀਂ ਲੱਗਿਆ? ਮੈਂ ਕਿਹਾ, ਡਰ ਕਾਹਦਾ? ਉਹਦਾ ਚਿਹਰਾ ਫਿਰ ਉਦਾਸ ਹੋ ਗਿਆ। ਨਿਉ ਕੇ ਦੇਖਦੀ ਬੋਲੀ, ਇਹੋ ਕਲੰਕ ਦਾ ਡਰ। ਇਹ ਤਾਂ ਕੋਲੇ ਦੀ ਖਾਨ ਹੈ, ਜੋ ਆਉਂਦਾ ਹੈ ਕਾਲ ਖਲਵਾ ਕੇ ਹੀ ਜਾਂਦਾ ਹੈ। ਮੇਰੇ ਕੋਲ ਹਮਦਰਦੀ ਪ੍ਰਗਟਾਉਣ ਲੋਕ ਇਸੇ ਡਰੋਂ ਨਹੀਂ ਆਉਂਦੇ। ਤੁਸੀਂ ਬਾਹਰ ਨਿਕਲੋਗੇ ਤਾਂ ਲੋਕ ਨਫ਼ਰਤ ਦੀ ਆਰਤੀ ਸਜਾਈ ਮਿਲਣਗੇ, ਬਾਹਰ ਨਿਕਲਦਿਆਂ ਹੀ ਕਲੰਕ ਦਾ ਟਿੱਕਾ ਲਾ ਦੇਣਗੇ। ਮੈਂ ਥੋੜਾ ਗਰਮ ਮਿਜਾਜੀ ਨਾਲ ਕਿਹਾ, ਮੈਨੂੰ ਉਹਨਾਂ ਦੀ ਪਰਵਾਹ ਨਹੀਂ। ਜੇ ਉਹ ਭੇੜੀਏ ਹਨ ਤਾਂ ਮੈਂ ਮਨੁੱਖ ਹਾਂ। ਉਹ ਹਾਲੇ ਵੀ ਦੰਦ ਤੇ ਨਹੁੰ ਹੀ ਲਈ ਬੈਠੇ ਹਨ, ਪਰ ਮੈਂ ਬੰਦੂਕ ਬਣਾ ਲਈ ਹੈ। ਨਾਲੇ ਜੇ ਹਰੇਕ ਦੀ ਸੁਣੀਏ ਤਾਂ ਜਿਉਣਾ ਔਖਾ ਹੋ ਜਾਵੇ। ਪਰ ਮੈਂ ਤਾਂ ਨਿਰੀ ਭੰਡੀ ਸੁਣਦੀ ਹਾਂ ਤੇ ਜਿਉਂਦੀ ਹਾਂ। ਤੇਰੀ ਗੱਲ ਹੋਰ ਹੈ, ਤੇਰੇ ਵਿੱਚ ਅਨੋਖੀ ਤਾਕਤ ਹੈ। ਐਨੀ ਜਿੰਦਾ ਤਾਕਤ ਲੈ ਬਹੁਤ ਘੱਟ ਮਨੁੱਖ ਪੈਦਾ ਹੁੰਦੇ ਹਨ। ਇੰਨੇ ਤੂਫਾਨਾਂ ਵਿੱਚ ਅਡੋਲ ਰਹਿਣਾ ਵੀ ਮਾੜੀ ਮੋਟੀ ਗੱਲ ਨਹੀਂ। ਉਹ ਬੜੇ ਢਹੇ ਮਨ ਨਾਲ ਬੋਲੀ, ਅਡੋਲ ਰਹਿਣ ਨਾਲ ਕੀ ਹੁੰਦਾ ਹੈ? ਤੁਰਨਾ ਵੀ ਤਾਂ ਸੰਭਵ ਹੋਣਾ ਚਾਹੀਦਾ ਹੈ। ਮੇਰੇ ਕੁਝ ਕਹਿਣ ਤੋਂ ਪਹਿਲਾਂ ਹੀ ਉਹ ਚਾਹ ਬਣਾਉਣ ਚਲੀ ਗਈ ਅਤੇ ਮੈਂ ਬੈਠਾ ਬੈਠਾ ਸੋਚਦਾ ਗਿਆ, ਸ਼ਾਂਤ ਦਿਖਦੀ ਇਸ ਧਰਤੀ ਹੇਠ ਕਿੰਨਾ ਲਾਵਾ ਇਕੱਠਾ ਹੁੰਦਾ ਜਾ ਰਿਹਾ ਹੈ, ਕਿੰਨੀਆਂ ਜਵਾਲਾਂ ਸੁਲਗ ਰਹੀਆਂ ਹਨ। ਉਹ ਮੈਨੂੰ ਸ਼ੁਰੂ ਤੋਂ ਹੀ ਦ੍ਰਿੜ ਲੱਗਦੀ ਸੀ। ਉਹ ਬਹੁਤੀ ਭਾਵਕ ਨਹੀਂ ਸੀ। ਉਸ ਦਿਨ ਆਪਣੇ ਮਰੇ ਹੋਏ ਪਿਓ ਦੀ ਆਖਰੀ ਰਸਮਾਂ ਦਾ ਸਮਾਨ ਖੁਦ ਇਕੱਠਾ ਕਰ ਰਹੀ ਸੀ। ਤਦ ਮੈਂ ਦੇਖ ਰਿਹਾ ਸੀ ਕਿ ਉਸ ਦਾ ਦਿਲ ਸਖਤ ਚਟਾਨ ਜਿਹਾ ਸੀ। ਉਹ ਹੁਣ ਕਿੰਨੀ ਟੁੱਟੀ ਹੋਈ ਮਾਲੂਮ ਹੁੰਦੀ ਸੀ। ਪੱਥਰ ਦੀ ਇਹੋ ਕਮਜ਼ੋਰੀ ਹੁੰਦੀ ਹੈ, ਮੋਮ ਤਾਂ ਸੱਟ ਮਾਰਨ ਨਾਲ ਦਬ ਜਾਂਦੀ ਹੈ, ਪਰ ਪੱਥਰ ਤੇ ਸੱਟ ਮਾਰਿਆਂ ਤਰੇੜਾਂ ਪੈ ਜਾਂਦੀਆਂ ਹਨ। ਚਾਹ ਪੀ ਕੇ ਉਸ ਤੋਂ ਵਿਦਾ ਹੋਇਆ। ਉਹ ਦੇਲੀ ਵਿੱਚ ਖੜੀ ਮੈਨੂੰ ਤੱਕਦੀ ਰਹੀ। ਇੱਕ ਦਿਨ ਬਿਮਲਾ ਨੇ ਕਿਹਾ, ਵੀਰੇ, ਸ਼ੀਲਾ ਬਹੁਤ ਬਿਮਾਰ ਹੈ, ਪਰ ਉਸ ਦਾ ਸੁਭਾਅ ਕੁਝ ਹੋਰ ਹੀ ਹੋ ਗਿਆ। ਪਰ ਉਹ ਇਲਾਜ ਕਰਾਉਂਦੀ ਹੀ ਨਹੀਂ। ਮੈਂ ਕੁਝ ਦਿਨਾਂ ਤੋਂ ਥੋੜਾ ਰੁੱਝਿਆ ਹੋਇਆ ਸਾਂ ਅਤੇ ਉਸ ਦੇ ਬਾਰੇ ਬਿਮਲਾ ਨਾਲ ਕੋਈ ਗੱਲ ਨਹੀਂ ਕੀਤੀ ਸੀ। ਇਸ ਖਬਰ ਨਾਲ ਕੁਝ ਫਿਕਰਮੰਦ ਹੋਇਆ। ਉਸ ਦੀ ਜ਼ਿੰਦਗੀ ਵਿੱਚ ਮੈਂ ਜਾਣਬੁੱਝ ਕੇ ਕੋਈ ਦਿਲਚਸਪੀ ਨਹੀਂ ਲਈ ਸੀ, ਕਿਉਂਕਿ ਉਹ ਖੁਦ ਤੇ ਹੋਰ ਲੋਕ ਵੀ ਇਸ ਦਾ ਗਲਤ ਮਤਲਬ ਕੱਢ ਸਕਦੇ ਸਨ, ਪਰ ਉਹ ਖਿਆਲਾਂ ਵਿੱਚੋਂ ਵਿਸਰੀ ਵੀ ਨਹੀਂ ਸੀ। ਬਿਮਲਾ ਦੀ ਗੱਲ ਨਾਲ ਇੰਜ ਲੱਗਿਆ ਜਿਵੇਂ ਉਹ ਜ਼ਿੰਦਗੀ ਤੋਂ ਨਿਰਾਸ਼ ਅਤੇ ਜੀਵਨ ਪ੍ਰਕਿਰਿਆ ਤੋਂ ਉਚਾਟ ਹੋ ਗਈ ਹੋਵੇ। ਮੈਨੂੰ ਦੁੱਖ ਹੋਇਆ। ਮੈਨੂੰ ਕੁਝ ਸੁੱਝਿਆ ਨਹੀਂ ਤਾਂ ਮੈਂ ਉਪਦੇਸ਼ ਜਿਹੇ ਸ਼ਬਦ ਬਿਮਲਾ ਨੂੰ ਆਖ ਦਿੱਤੇ। ਪਰ ਬਿਮਲਾ ਜਦ ਉਸ ਦਾ ਪਤਾ ਲੈ ਕੇ ਘਰ ਪਹੁੰਚੀ ਤਾਂ ਉਸਨੇ ਦੱਸਿਆ ਕਿ ਜਦ ਉਹ ਸ਼ਬਦ ਉਸਨੂੰ ਕਹਿ ਦਿੱਤੇ ਤਾਂ ਉਸਨੂੰ ਕੁਝ ਚੋਭ ਜਿਹੀ ਲੱਗਦੀ ਸੀ। ਉਸਨੇ ਵੀ ਪਛਾਣ ਲਿਆ ਕਿ ਇਹ ਸ਼ਬਦ ਬਿਮਲਾ ਦੇ ਨਹੀਂ ਸਨ। ਮੈਂ ਸੋਚਿਆ, ਦੁਖੀ ਇਨਸਾਨ ਨੂੰ ਉਪਦੇਸ਼ਾਂ ਤੋਂ ਇਸ ਲਈ ਸੱਟ ਵੱਜਦੀ ਹੈ ਕਿ ਉਸ ਵਿੱਚ ਉਹ ਅਤੇ ਉਪਦੇਸ਼ ਦੇਣ ਵਾਲੇ ਦੋਵੇਂ ਵੱਖਰੇ ਧਰਾਤਲਾਂ ਤੇ ਹੋ ਜਾਂਦੇ ਹਨ। ਇੱਕ ਅਸਮਰਥਾ ਦੇ ਹੇਠਲੇ ਪੱਧਰ ਤੇ ਪਹੁੰਚ ਜਾਂਦਾ ਹੈ, ਦੂਜਾ ਤਾਕਤ ਦੇ ਉੱਚੇ ਸਿੰਘਾਸਨ ਤੇ। ਢਹੇ ਹੋਏ ਇਨਸਾਨ ਨੂੰ ਹੌਸਲਿਆਂ ਭਰਿਆ ਭਾਸ਼ਣ ਦੇਣ ਦੀ ਬਜਾਏ ਸਹਾਰੇ ਲਈ ਹੱਥ ਦੇਣਾ ਚਾਹੀਦਾ ਹੈ। ਇਹੋ ਸੋਚ ਕੇ ਮੈਂ ਉਸ ਕੋਲ ਗਿਆ। ਉਸ ਦਿਨ ਉਸ ਨਾਲ ਕੋਈ ਖਾਸ ਗੱਲ ਨਹੀਂ ਹੋਈ, ਪਰ ਮੈਂ ਮਹਿਸੂਸ ਕੀਤਾ ਕਿ ਮੇਰੀ ਮੌਜੂਦਗੀ ਨਾਲ ਉਸ ਵਿੱਚ ਕੁਝ ਚੇਤਨਾ ਜ਼ਰੂਰ ਆਈ। ਕੁਝ ਚਿਰ ਤੋਂ ਜ਼ਿੰਦਗੀ ਪ੍ਰਤੀ ਸੁਚੇਤ ਹੋ ਗਈ ਸੀ। ਮੈਨੂੰ ਲੱਗਿਆ ਕਿ ਮੇਰੀ ਉਸ ਦੀ ਜ਼ਿੰਦਗੀ ਵਿੱਚ ਦਿਲਚਸਪੀ ਉਸ ਦੇ ਦਿਲ ਵਿੱਚ ਜ਼ਿੰਦਗੀ ਪ੍ਰਤੀ ਆਸ ਦਾ ਸੰਚਾਰ ਕਰ ਰਹੀ ਹੈ। ਪਰ ਦੂਜਾ ਖਿਆਲ ਇਹ ਵੀ ਆਇਆ ਕਿ ਉਸ ਦਾ ਟੁੱਟਿਆ ਮਾਨ ਸਾਡੇ ਸਾਹਮਣੇ ਬਗਾਵਤ ਵਿੱਚ ਉੱਠ ਖੜਾ ਹੋਇਆ ਹੈ। ਇਹ ਮੈਨੂੰ ਇਸ ਲਈ ਵਧੇਰੇ ਸਹੀ ਲੱਗਿਆ ਕਿਉਂਕਿ ਮੈਂ ਉਸ ਦੇ ਚਿਹਰੇ ਤੋਂ ਜਾਂ ਸੁਭਾਅ ਤੋਂ ਜਿਹਾ ਕੋਈ ਭਾਵ ਨਹੀਂ ਪੜ੍ਹ ਸਕਿਆ ਜੋ ਦਰਸਾਏ ਕਿ ਕਿਸੇ ਖਾਸ ਮਨੁੱਖ ਨਾਲ ਉਸ ਦੀਆਂ ਭਾਵਨਾਵਾਂ ਜੁੜਦੀਆਂ ਹਨ ਅਤੇ ਉਸੇ ਖਿੱਚ ਨਾਲ ਉਹ ਚੱਲ ਰਹੀ ਹੈ। ਆਪਣੇ ਵੱਲੋਂ ਮੈਂ ਇੰਨਾ ਹੀ ਜਾਣਦਾ ਹਾਂ ਕਿ ਉਸ ਦਿਨ ਤੋਂ ਮੈਂ ਬਿਮਲਾ ਤੋਂ ਦਿਨ ਵਿੱਚ 1-2 ਵਾਰੀ ਉਸ ਦੀ ਸਿਹਤ ਦਾ ਹਾਲ ਚਾਲ ਪੁੱਛ ਲੈਂਦਾ ਹਾਂ। ਕਦੇ 2 ਤੋਂ 3 ਵਾਰ ਵੀ ਹੋ ਜਾਂਦਾ ਤਾਂ ਬਿਮਲਾ ਖਿੜ ਕੇ ਕਹਿੰਦੀ, 2 ਵਾਰੀ ਪੁੱਛ ਤਾਂ ਲਿਆ, ਹੁਣ ਨਹੀਂ ਮਰਦੀ ਉਹ।
ਮੈਂ ਉਹ ਤੋਂ ਪੁੱਛਣਾ ਕਿ ਇਹ ਸੰਜੀਵਨੀ ਕਿੱਥੋਂ ਮਿਲੀ ਉਹਨੂੰ ਬਿਮਲਾ ਦੇ ਦਿਲ ਵਿੱਚ ਚਲਦੀ ਗੱਲ ਮੈਂ ਜਾਣਦਾ ਸੀ ਅਤੇ ਬਿਜਲੀ ਦੀ ਧਾਰਾ ਦੇ ਜਿਵੇਂ ਇੱਕ ਚਾਲਕ ਤੋਂ ਦੂਜਾ ਚਾਲਕ ਤਾਕਤ ਵਹਾ ਹਾਸਲ ਕਰਦਾ ਹੈ, ਅਜਿਹਾ ਵਹਾ ਮੈਂ ਅਨੁਭਵ ਕਰਦਾ। ਮੈਂ ਹਫ਼ਤੇ ਵਿੱਚ 1-2 ਵਾਰ ਉਸ ਕੋਲ ਜਾ ਆਉਂਦਾ ਸੀ। ਉਸ ਵਿੱਚ ਮੈਨੂੰ ਪਹਿਲਾਂ ਤੋਂ ਜ਼ਿਆਦਾ ਚੇਤਨਾ ਅਤੇ ਉਤਸ਼ਾਹ ਲੱਗਦਾ ਸੀ। ਮੈਨੂੰ ਯਕੀਨ ਹੋਣ ਲੱਗਿਆ ਕਿ ਹੁਣ ਉਹ ਜਿਉਂ ਗਈ। ਡਾਕਟਰ ਨੇ ਉਸ ਨੂੰ ਥਾਂ ਬਦਲਣ ਦੀ ਸਲਾਹ ਦਿੱਤੀ। ਉਸ ਘਰ ਵਿੱਚ, ਉਸ ਜਗ੍ਹਾ ਵਿੱਚ ਉਸਦਾ ਚਿੱਤ ਘਬਰਾਉਂਦਾ ਸੀ। ਉਸਦੇ ਨਾਲ ਉਸਦੀ ਜ਼ਿੰਦਗੀ ਦੀ ਖਟਾਸ ਜੁੜੀ ਸੀ। ਬਾਹਰ ਜਾਣ ਨਾਲ ਉਸਦਾ ਮਨ ਇਸ ਘੁਟਨ ਤੋਂ ਨਿਕਲ ਕੇ ਕੁਝ ਤੰਦਰੁਸਤ ਹਵਾ ਲੈ ਆਵੇਗਾ। ਇਹ ਸੋਚ ਕੇ ਅਸੀਂ ਉਸਨੂੰ ਇਸ ਗੱਲ ਲਈ ਰਾਜੀ ਕਰ ਲਿਆ ਕਿ ਉਹ ਆਪਣੀ ਚਚੇਰੀ ਭੈਣ ਵੱਲ ਕੁਝ ਦਿਨ ਰਹੇ। ਇੱਕ ਦਿਨ ਅਸੀਂ ਉਸਨੂੰ ਗੱਡੀ ਬਿਠਾਏ। ਭੈਣ ਵੱਲ ਜਾਣ ਤੇ ਕੁੜੀਆਂ ਨੂੰ ਬੜੀ ਖੁਸ਼ੀ ਹੁੰਦੀ ਹੈ, ਪਰ ਉਹ ਤਾਂ ਆਪਣਾ ਸਭ ਕੁਝ ਗਵਾ ਕੇ ਆਸਰੇ ਲਈ ਜਾ ਰਹੀ ਸੀ। ਇਹ ਜਾਣਾ ਨਾ ਤਾਂ ਪਿਆਰ ਦਾ ਪ੍ਰਤੀਕ ਸੀ, ਨਾ ਰਿਸ਼ਤੇ ਦਾ। ਇਹ ਉਸਦੀ ਮਜਬੂਰੀ ਸੀ। ਹਸਪਤਾਲ ਵਿੱਚ ਡਾਕਟਰ ਵੀ ਜਾਂਦਾ ਹੈ ਅਤੇ ਮਰੀਜ਼ ਵੀ, ਪਰ ਦੋਵਾਂ ਦੇ ਜਾਣ ਵਿੱਚ ਕਿੰਨਾ ਫਰਕ ਹੈ। ਜਾਂਦੇ ਵੇਲੇ ਉਹ ਬਿਮਲਾ ਨੂੰ ਚਿੰਬੜ ਕੇ ਕਿੰਨਾ ਚਿਰ ਰੋਂਦੀ ਰਹੀ। ਇੰਨੇ ਦਿਨਾਂ ਤੋਂ ਜੋ ਤਾਕਤ ਉਸ ਵਿੱਚ ਦਿਖ ਰਹੀ ਸੀ, ਉਹ ਚਲੀ ਗਈ ਸੀ। ਉਸਨੇ ਕਿਹਾ ਸੀ, ਬਿਮਲਾ, ਮੈਨੂੰ ਭੁੱਲ ਨਾ ਜਾਵੀਂ, ਮੇਰਾ ਤੁਹਾਡੇ ਬਗੈਰ ਹੋਰ ਹੈ ਹੀ ਕੌਣ। ਸਟੇਸ਼ਨ ਤੋਂ ਪਰਤਦਿਆਂ ਰਾਹ ਵਿੱਚ ਨਾ ਬਿਮਲਾ ਬੋਲੀ ਨਾ ਮੈਂ। ਦੋਹਾਂ ਦੇ ਦਿਲ ਇੱਕ ਹੀ ਦੁੱਖ ਨਾਲ ਲੱਦੇ ਸਨ, ਪਰ ਦਿਲ ਦਾ ਭਾਰ ਹੌਲਾ ਕਰਨ ਵਿੱਚ ਉਸਦੀ ਮਹੱਤਤਾ ਘਟਣੀ ਸੀ। ਮੈਨੂੰ ਵਾਰ-ਵਾਰ ਸਟੇਸ਼ਨ ਦਾ ਉਹ ਦ੍ਰਿਸ਼ ਯਾਦ ਆ ਜਾਂਦਾ, ਉਹਦੀਆਂ ਡੋਲਦੀਆਂ ਹੋਈਆਂ ਸਿੱਲੀਆਂ ਅੱਖਾਂ ਤੇ ਉਹਦਾ ਚਿਹਰਾ। ਜਿਵੇਂ ਆਲ੍ਹਣੇ ਦੇ ਆਲੇ-ਦੁਆਲੇ ਫੈਲੀ ਅੱਗ ਵੇਖ ਕੇ ਪੰਛੀ ਜ਼ਿੰਦਗੀ ਬਚਾਉਣ ਲਈ ਆਸੇ-ਪਾਸੇ ਭਟਕਦਾ ਤੇ ਫਿਰ ਬੇਵਸ ਹੋ ਕੇ ਰਹਿ ਜਾਂਦਾ। ਜਿਉਣ ਇੱਛਾ ਦੇ ਨਾਲ ਬੇਵਸੀ ਕਿੰਨੀ ਬੇਮੇਲ ਹੁੰਦੀ ਹੈ। ਉਸ ਦੀ ਚੰਗੀ ਬਣਦੀ ਜ਼ਿੰਦਗੀ ਕਿਵੇਂ ਵਿਗੜਦੀ ਜਾ ਰਹੀ ਸੀ। ਹੌਲੀ-ਹੌਲੀ ਅਸੀਂ ਇੱਟਾਂ ਲਾ ਕੰਧ ਉਸਾਰਦੇ ਹਾਂ, ਫਿਰ ਹੌਲੀ-ਹੌਲੀ ਕਿਸੇ ਅਣਜਾਣ ਪਾਸਿਓਂ ਤੂਫਾਨ ਆਉਂਦਾ ਹੈ ਤੇ ਉਸ ਨੂੰ ਢਹਿ ਢੇਰੀ ਕਰ ਦਿੰਦਾ ਹੈ। ਧੰਨਵਾਦ।